ਜੇ ਮੇਰੀ ਮਾਂ ਮਿਨਿਸਟਰ ਹੁੰਦੀ ਜਾਂ ਮੇਰਾ ਬਾਪ ਮਿਨਿਸਟਰ ਹੁੰਦਾ ਤੇ ਜਾਂ ਮੋਟੀ ਰਕਮ ਇਹਨਾਂ ਦੀ ਜੇਬ ਦੇ ਵਿੱਚ ਮੈਂ ਪਾਉਂਦਾ ਤੇ ਤਾਂ ਮੈਨੂੰ ਜੋਬ ਜਿਹੜੀ ਆ ਉਹ ਮਿਲ ਸਕਦੀ ਸੀ। ਚਪੜਾਸੀ ਦੀ ਵੈਕੈਂਸੀ ਖਾਲੀ ਹੋਈ ਸੀਗੀ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜ਼ਿਆਦਾ ਵੱਡੀ ਜੋਬ ਨਾ ਮੈਨੂੰ ਦਿਓ, ਚਲੋ ਮੈਨੂੰ ਚਪੜਾਸੀ ਰੱਖ ਲਓ। ਗੁਰਦਾਸਪੁਰ ਜ਼ਿਲ੍ਹੇ ਦਾ ਪਹਿਲਾ ਗੋਲਡ ਮੈਡਲਿਸਟ ਹੈ ਜਿਹੜਾ ਗੋਲਡ ਲੈ ਕੇ ਆਇਆ ਸੀ, ਲੇਕਿਨ ਫਿਰ ਵੀ ਕੋਈ ਮੇਰੀ ਹੈਲਪ ਜਿਹੜੀ ਆ ਉਹ ਨਹੀਂ ਹੋਈ। ਗਲੇ ਦੇ ਵਿੱਚ ਮੈਡਲ ਅਤੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਸਬਜ਼ੀ ਦੀ ਰੇਹੜੀ। ਇਹ ਹੈ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਸਰਬਜੀਤ ਸਿੰਘ, ਜਿਸ ਨੇ ਪੰਜਾਬ ਦੇ ਲਈ ਖੇਡਦਿਆਂ ਮੈਡਲ ਤਾਂ ਜਿੱਤ ਲਏ, ਪਰ ਸ਼ਾਇਦ ਉਸ ਨੂੰ ਇਹ ਨਹੀਂ ਸੀ ਪਤਾ ਕਿ ਮੈਡਲਾਂ ਨੇ ਕਦੇ ਢਿੱਡ ਨਹੀਂ ਭਰਨਾ। ਜ਼ਿੰਦਗੀ ਤਾਂ ਪੈਸੇ ਦੇ ਸਿਰ ਤੇ ਹੀ ਚੱਲਣੀ ਹੈ। ਸਰਬਜੀਤ ਭਾਵੇਂ ਹੈਂਡਬਾਲ ਦੇ ਵਿੱਚ ਗੋਲਡ ਮੈਡਲਿਸਟ ਹੈ ਅਤੇ ਰਾਜਪਾਲ ਦੇ ਵੱਲੋਂ ਸਨਮਾਨਿਤ ਵੀ ਹੋ ਚੁੱਕਾ ਹੈ, ਪਰ ਫਿਰ ਵੀ ਕਿਸੇ ਸਰਕਾਰ ਨੇ ਉਸ ਨੂੰ ਚਪੜਾਸੀ ਦੀ ਨੌਕਰੀ ਵੀ ਨਹੀਂ ਦਿੱਤੀ, ਜਿਸ ਦਾ ਹੀ ਕਾਰਨ ਰਿਹਾ ਕਿ ਉਹ ਗਲ ਦੇ ਵਿੱਚ ਮੈਡਲ ਪਾ ਕੇ ਸਬਜ਼ੀ ਵੇਚ ਰਿਹਾ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਕੁਝ ਸੁਖਾਲਾ ਹੋ ਸਕੇ। ਸਰਬਜੀਤ ਦੇ ਗਲੇ ਦੇ ਵਿੱਚ ਪਾਏ ਮੈਡਲ ਸ਼ਾਇਦ ਇਹ ਚੀਖ ਕੇ ਆਖ ਰਹੇ ਨੇ ਕਿ ਖੇਡਾਂ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਵੀ 100 ਵਾਰ ਸੋਚਿਓ। ਮੇਰਾ ਨਾਮ ਸਰਬਜੀਤ ਸਿੰਘ ਹੈ ਜੀ। ਮੈਡਲ ਕਿੱਥੋਂ ਲਏ? ਮੈਂ ਗੁਰਦਾਸਪੁਰ ਤੋਂ DAV ਹਾਈ ਸਕੂਲ ਤੋਂ ਹੈਂਡਬਾਲ ਸ਼ੁਰੂ ਕੀਤੀ ਸੀ ਔਰ 99-90 ਦੇ ਵਿੱਚ ਮੈਂ ਗੋਲਡ ਮੈਡਲ ਲਿਆ ਸੀ। 에ਅਰ ਚੀਫ ਮਾਰਸ਼ਲ ਸਰਦਾਰ ਅਰਜਨ ਸਿੰਘ ਜੋ ਲੈਫਟੀਨੈਂਟ ਗਵਰਨਰ ਰਹੇ ਦਿੱਲੀ ਦੇ, ਉਹਨਾਂ ਨੇ ਗੋਲਡ ਮੈਡਲ, ਮਿਲਖਾ ਸਿੰਘ ਜੀ ਵੀ ਉਸ ਟਾਈਮ ਮੌਜੂਦ ਸੀਗੇ, ਜਿਹੜੇ ਫਲਾਇੰਗ ਸਿੰਘ ਮਿਲਖਾ ਸਿੰਘ ਹੈ, ਉਹਨਾਂ ਦੀ ਮੌਜੂਦਗੀ ਦੇ ਵਿੱਚ ਗੋਲਡ ਮੈਡਲ ਜਿਹੜਾ ਮੈਨੂੰ ਪਵਾਇਆ ਗਿਆ ਸੀਗਾ। ਤੇ ਇਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਜਨਰਲ OP ਮਲਹੋਤਰਾ, ਉਹਨਾਂ ਨੇ ਰਾਜ ਭਵਨ ਚੰਡੀਗੜ੍ਹ ਦੇ ਵਿੱਚ ਮੈਨੂੰ ਸਨਮਾਨਿਤ ਕੀਤਾ ਸੀ ਤੇ ਉਸ ਤੋਂ ਬਾਅਦ DC ਗੁਰਦਾਸਪੁਰ ਜਿਹੜੇ ਨੇ ਉਹਨਾਂ ਨੇ ਵੀ ਮੈਨੂੰ ਸਨਮਾਨਿਤ ਕੀਤਾ ਸੀਗਾ ਜੀ। ਅੱਜ ਕੀ ਹੋ ਗਿਆ ਫਿਰ ਵੀ ਜਿਹੜੀ ਲੱਗ ਛੁੱਟੀ ਵਿੱਚ ਕਿਉਂਕਿ ਗਵਰਨਮੈਂਟ ਨੇ ਉਸ ਟਾਈਮ ਦੀਆਂ ਸਰਕਾਰਾਂ ਨੇ ਮੈਨੂੰ ਕੋਈ ਸਪੋਰਟ ਜਿਹੜੀ ਆ ਉਹ ਨਹੀਂ ਕੀਤੀ ਤੇ ਮੈਂ ਉਸ ਟਾਈਮ ਦੇ ਜਿਹੜੇ ਮੁੱਖ ਮੰਤਰੀ ਰਹੇ ਸਰਦਾਰ ਬੇਅੰਤ ਸਿੰਘ ਉਹਨਾਂ ਨੂੰ ਵੀ ਜਾ ਕੇ ਮਿਲ ਕੇ ਆਇਆ ਸੀਗਾ ਤੇ ਐਪਲੀਕੇਸ਼ਨ ਵਗੈਰਾ ਉਹਨੂੰ ਦਿੱਤੀ ਸੀ। ਖੇਡ ਮੰਤਰੀ ਰਹੇ ਮਹਿੰਦਰ ਸਿੰਘ KP ਜੀ, ਉਹਨਾਂ ਨੂੰ ਵੀ ਜਾ ਕੇ ਮਿਲਿਆ ਮੈਂ, ਤੇ ਖੁਸ਼ਹਾਲ ਬੈਲ ਜਿਹੜੇ ਸਿੱਖਿਆ ਮੰਤਰੀ ਰਹੇ ਗੁਰਦਾਸਪੁਰ ਦੇ, ਇਹਨਾਂ ਨੂੰ ਵੀ ਐਪਲੀਕੇਸ਼ਨ ਲਿਖ ਕੇ ਦਿੱਤੀ ਸੀਗੀ ਕਿ ਮੇਰੀ ਸਪੋਰਟ ਜਿਹੜੀ ਆ ਉਹ ਮੈਨੂੰ ਕੀਤੀ ਜਾਏ, ਤੇ ਇਹਨਾਂ ਨੇ ਕਿਸੇ ਨੇ ਵੀ ਮੇਰੀ ਸਪੋਰਟ ਜਿਹੜੀ ਆ ਉਹ ਨਹੀਂ ਕੀਤੀ ਤੇ ਐਪਲੀਕੇਸ਼ਨ ਲੈ ਕੇ ਇਹਨਾਂ ਨੇ ਫਾਰਵਰਡ ਕੀਤੀ ਹੈ, ਖੁਸ਼ਹਾਲ ਬੈਲ ਨੇ ਫਾਰਵਰਡ ਕੀਤੀ ਹੈ ਸਪੋਰਟਸ ਡਿਪਾਰਟਮੈਂਟ ਨੂੰ। ਸਪੋਰਟਸ ਡਿਪਾਰਟਮੈਂਟ ਤੋਂ ਮੈਨੂੰ ਮੈਸੇਜ ਆਇਆ ਸੀਗਾ ਕਿ ਖਿਡਾਰੀਆਂ ਦੀ ਜਿਹੜੀ ਆ ਉਹ ਸਿੱਧੀ ਭਰਤੀ ਜਿਹੜੀ ਆ ਉਹ ਨਹੀਂ ਹੁੰਦੀ, ਜਦਕਿ ਪਿੱਛੇ ਜੀ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਸਰਕਾਰ ਦੇ ਵਿੱਚ ਡਾਇਰੈਕਟਲੀ MLA ਦੇ ਬੱਚਿਆਂ ਨੂੰ ਜਿਹੜੀ ਹੈ ਇਹਨਾਂ ਨੇ ਕਿਸੇ ਨੂੰ DSP ਰੱਖ ਲਿਆ, ਕਿਸੇ ਨੂੰ SP ਰੱਖ ਲਿਆ, ਡਾਇਰੈਕਟ ਇਹਨਾਂ ਦੇ ਉੱਤੇ ਜਿਹੜੀ ਹੈ ਨੌਕਰੀਆਂ ਦੀ ਬਰਛਾਰ ਜਿਹੜੀ ਉਹ ਕਰ ਦਿੱਤੀ ਹੈ ਤੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਉਹਨਾਂ ਨੂੰ ਬਿਲਕੁਲ ਇਹਨਾਂ ਨੇ ਕੂੜੇ ਦੇ ਡੱਬੇ ਦੇ ਵਿੱਚ ਜਾ ਕੇ ਸੁੱਟਿਆ ਜੀ ਇਹਨਾਂ ਨੇ। ਕਿਹੜੀ ਨੌਕਰੀ ਵਾਸਤੇ ਅਪਲਾਈ ਕੀਤਾ ਸੀ ਤੇ ਕਿਉਂ ਤੁਹਾਨੂੰ ਛੱਡ ਦਿੰਦੇ ਰਹੇ? ਗੁਰਦਾਸਪੁਰ ਦੇ ਵਿੱਚ ਚਪੜਾਸੀ ਦੀ ਵੈਕੈਂਸੀ ਖਾਲੀ ਹੋਈ ਸੀਗੀ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜ਼ਿਆਦਾ ਵੱਡੀ ਜੋਬ ਨਾ ਮੈਨੂੰ ਦਿਓ, ਚਲੋ ਮੈਨੂੰ ਚਪੜਾਸੀ ਰੱਖ ਲਓ। ਤਾਂ DSO ਨੇ ਰਿਕਮੈਂਡ ਵੀ ਕਰਕੇ ਰੱਖੀ ਸੀਗੀ ਐਪਲੀਕੇਸ਼ਨ ਕਿ ਐਲੋ ਰਿਕਮੈਂਡ ਕਰਾ ਲਿਆਓ, ਤੁਸੀਂ ਉੱਪਰੋਂ ਰਿਕਮੈਂਡ ਕਰਾ ਲਿਆਓ ਤੇ ਮੈਂ ਇੱਥੋਂ ਰਿਕਮੈਂਡ ਕਰ ਦਿੰਦਾ ਔਰ ਰਿਕਾਰਡ ਵੀ ਮੇਰੇ ਕੋਲ ਪਿਆ ਹੋਇਆ, ਹਜੇ ਤੱਕ ਰਿਕਾਰਡ ਮੇਰੇ ਕੋਲ ਪਿਆ ਹੋਇਆ। ਉਹਨਾਂ ਨੇ ਰਿਕਮੈਂਡ ਕੀਤੀ ਸੀ ਉੱਤੋਂ ਰਿਕਮੈਂਡ ਕਰਵਾਓ ਤੇ ਜਦੋਂ ਉੱਪਰ ਜਾ ਕੇ ਮੈਂ ਐਪਲੀਕੇਸ਼ਨ ਦਿੱਤੀ ਹੈ ਤੇ ਉਹ ਕਹਿੰਦੇ ਖਿਡਾਰੀਆਂ ਦੀ ਸਿੱਧੀ ਭਰਤੀ ਜਿਹੜੀ ਹੈ ਉਹ ਨਹੀਂ ਹੋਈ, ਕਿਸੇ ਤਰ੍ਹਾਂ ਦੀ ਕੋਈ ਸਪੋਰਟ ਜਿਹੜੀ ਹੈ ਉਹਨਾਂ ਨੇ ਮੇਰੀ ਨਹੀਂ ਕੀਤੀ। ਕੀ ਕਾਰਨ ਮੰਨਦੇ, ਕਿਉਂ ਨਹੀਂ ਹੋ ਸਕਦਾ? ਕਿਉਂਕਿ ਨਾ ਮੇਰੀ ਮਾਂ ਮਿਨਿਸਟਰ ਹੈ ਨਾ ਮੇਰਾ ਬਾਪ ਮਿਨਿਸਟਰ ਹੈ ਜੀ, ਇਸ ਕਰਕੇ ਮੇਰੀ ਸਪੋਰਟ ਜਿਹੜੀ ਹੈ ਨਹੀਂ ਹੋਈ। ਤੇ ਜੇ ਮੇਰੀ ਮਾਂ ਮਿਨਿਸਟਰ ਹੁੰਦੀ ਜਾਂ ਮੇਰਾ ਬਾਪ ਮਿਨਿਸਟਰ ਹੁੰਦਾ ਤੇ ਜਾਂ ਮੋਟੀ ਰਕਮ ਇਹਨਾਂ ਦੀ ਜੇਬ ਦੇ ਵਿੱਚ ਮੈਂ ਪਾਉਂਦਾ ਤੇ ਤਾਂ ਮੈਨੂੰ ਜੋਬ ਜਿਹੜੀ ਆ ਉਹ ਮਿਲ ਸਕਦੀ ਸੀ, ਤੇ ਇਸ ਕਰਕੇ ਮੈਂ ਥੋੜ੍ਹਾ ਪਿੱਛੇ ਰਹਿ ਗਿਆ। ਅਗਰ ਪੈਸਾ ਮੇਰੀ ਜੇਬ 'ਚ ਹੁੰਦਾ ਜਾਂ ਕੋਈ ਸਪੋਰਟ ਹੁੰਦੀ ਮੇਰੇ ਪਿੱਛੇ ਤੇ ਜ਼ਰੂਰ ਮੈਂ ਬਹੁਤ ਉੱਚੀਆਂ ਬੁਲੰਦੀਆਂ ਦੇ ਉੱਤੇ ਜਾਣਾ ਸੀਗਾ ਮੈਂ ਜੀ। ਗੇਮ ਛੱਡਤੀ ਹੈ? ਨਹੀਂ, ਗੇਮ ਮੈਂ ਹੈਂਡਬਾਲ ਖੇਡਦਾ ਰਿਹਾ ਤੇ ਇੱਥੋਂ ਜਦੋਂ ਉਹਨਾਂ ਨੇ ਕੋਈ ਸਪੋਰਟ ਮੇਰੀ ਨਹੀਂ ਕੀਤੀ, ਇਹਨਾਂ ਨੇ ਮੇਰੀ ਕੋਈ ਸਪੋਰਟ ਵੀ ਨਹੀਂ ਕੀਤੀ ਤੇ ਜਦੋਂ ਕਹਿੰਦੇ ਜੀ ਓਵਰੇਜ ਹੋ ਗਿਆ, ਤੂੰ ਓਵਰੇਜ ਹੋ ਗਿਆ, ਓਵਰੇਜ ਹੋਣ ਦੇ ਬਾਅਦ ਫਿਰ ਮੈਂ ਇੰਡੀਆ ਛੱਡਿਆ ਤੇ ਮੈਂ ਫਿਰ ਫੋਰਨ ਕੰਟਰੀ ਚਲਾ ਗਿਆ, ਦੁਬਈ ਦੇ ਵਿੱਚ ਚਲਾ ਗਿਆ ਤੇ ਉੱਥੇ ਹੈਂਡਬਾਲ ਖੇਡਣ ਨੂੰ ਮੈਨੂੰ ਨਹੀਂ ਮਿਲੀ ਤੇ ਮੈਂ ਫਿਰ ਉੱਥੇ ਮੈਰਾਥਨ ਵਗੈਰਾ ਜਿਹੜੀਆਂ ਉਹ ਸ਼ੁਰੂ ਕੀਤੀਆਂ ਨੇ ਤੇ ਮੈਰਾਥਨ ਦੇ ਵਿੱਚ 21 ਕਿਲੋਮੀਟਰ ਹਾਫ ਮੈਰਾਥਨ, ਫੁੱਲ ਮੈਰਾਥਨ ਜਿਹੜੀਆਂ ਮੈਂ ਉੱਥੇ ਜਾ ਕੇ ਮੈਂ ਕਰਦਾ ਰਿਹਾ ਤੇ ਜਿਹੜਾ ਇੰਡੀਅਨ ਫਲੈਗ ਦੇ ਨਾਲ ਮੈਂ ਦੁਬਈ ਦੀਆਂ ਸੜਕਾਂ ਦੇ ਉੱਤੇ ਮੈਂ ਹਾਫ ਮੈਰਾਥਨ ਜਿਹੜੀ ਹੈ ਉਹ ਮੈਂ ਕਰਦਾ ਰਿਹਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਿਹਾ, ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਦਾ ਰਿਹਾ। ਲੇਕਿਨ ਫਿਰ ਵੀ ਇਹਨਾਂ ਨੇ ਕੋਈ ਸਪੋਰਟ ਜਿਹੜੀ ਮੇਰੀ ਨਹੀਂ ਕੀਤੀ ਤੇ ਗੇਮ ਦੇ ਨਾਲ ਮੈਂ ਅਟੈਚ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਮੈਂ ਗੇਮ ਦੇ ਨਾਲ ਜਿਹੜਾ ਉਹ ਅਟੈਚ ਰਿਹਾ। ਮੈਂ ਕਿਹੜੇ ਸਾਲ 'ਚ ਤੁਸੀਂ ਜਿੱਤੇ ਮੈਡਲ? 99-90 ਦੇ ਵਿੱਚ ਮੈਂ ਗੋਲਡ ਮੈਡਲ ਲੈ ਕੇ ਆਇਆ ਜੀ ਤੇ ਇਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੇ ਵਿੱਚ ਵੀ ਅਸੀਂ ਹਮੇਸ਼ਾ ਫਸਟ ਰਹੇ ਹਾਂ ਜੀ, ਸਟੇਟ ਲੈਵਲ ਦੇ ਵਿੱਚ ਵੀ ਅਸੀਂ ਖੇਡੇ ਹਾਂ ਜੀ। ਕਾਫੀ ਲੰਮਾ ਅਰਸਾ ਜਿਹੜਾ ਮੈਂ ਗੁਰਦਾਸਪੁਰ ਦੇ ਵਿੱਚ ਹੀ ਖੇਡਿਆ, ਪੰਜਾਬ ਦੇ ਵਿੱਚ ਖੇਡਿਆ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਖੇਡਿਆ। ਉਹ ਗੁਰਦਾਸਪੁਰ ਜ਼ਿਲ੍ਹੇ ਦਾ ਪਹਿਲਾ ਗੋਲਡ ਮੈਡਲਿਸਟ ਹੈ ਜਿਹੜਾ ਗੋਲਡ ਮੈਡਲ ਲੈ ਕੇ ਆਇਆ ਸੀ। ਇਸ ਤੋਂ ਪਹਿਲੇ ਕੋਈ ਵੀ ਹੈਂਡਬਾਲ ਦੇ ਵਿੱਚ ਜਿਹੜਾ ਉਹ ਗੋਲਡ ਮੈਡਲ ਨਹੀਂ ਹੈਗਾ, ਕਿਸੇ ਕੋਲ ਵੀ ਨਹੀਂ ਹੈਗਾ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਪਹਿਲਾ ਗੋਲਡ ਮੈਡਲਿਸਟ ਹੈ ਜਿਹੜਾ ਗੋਲਡ ਲੈ ਕੇ ਆਇਆ ਸੀ, ਲੇਕਿਨ ਫਿਰ ਵੀ ਕੋਈ ਮੇਰੀ ਹੈਲਪ ਜਿਹੜੀ ਹੈ ਉਹ ਨਹੀਂ ਹੋਈ। ਪੰਜਾਬ ਦੇ ਵਿੱਚ ਖਿਡਾਰੀਆਂ ਦਾ ਕੋਈ ਭਵਿੱਖ ਨਹੀਂ ਹੈਗਾ। ਯੂਥ ਜਿਹੜਾ ਸਾਰਾ ਨਸ਼ਿਆਂ ਦੀ ਤਰਫ ਜਾ ਰਿਹਾ ਜੀ, ਕੋਈ ਵੀ ਗਵਰਨਮੈਂਟ ਜਿਹੜੀ ਆ ਉਹ ਸਪੋਰਟ ਨਹੀਂ ਕਰਦੀ ਆ। ਅੱਜ ਮੰਤਰੀ ਜਿਹੜੇ ਆ ਉਹ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਗੱਲਾਂ ਕਰਦੇ ਜੀ, ਸਾਡੀਆਂ ਤਨਖਾਹਾਂ ਵਧਾਓ ਜੀ, ਸਾਡੇ ਭੱਤੇ ਵਧਾ ਦਿਓ ਜੀ, ਸਾਨੂੰ ਇੰਕਰੀਮੈਂਟ ਦੇ ਦਿਓ ਜੀ, ਤੇ ਲੇਕਿਨ ਖਿਡਾਰੀਆਂ ਦੀ ਕੋਈ ਵੀ ਗੱਲ ਜਿਹੜੀ ਆ ਉਹ ਸਭਾ ਦੇ ਵਿੱਚ ਨਹੀਂ ਹੁੰਦੀ ਹੈ ਤੇ ਉਹ ਜਿਹੜੇ ਆ ਆਪਣੀਆਂ ਤਨਖਾਹਾਂ ਦੀ ਗੱਲ ਕਰਦੇ ਆ, ਕਿਸੇ ਖਿਡਾਰੀ ਦੀ ਜਾਂ ਕਿਸੇ ਗਰੀਬ ਵਰਗ ਦੀ ਜਾਂ ਕਿਸੇ ਰਿਕਸ਼ੇ ਵਾਲੇ ਦੀ ਜਾਂ ਕਿਸੇ ਰੇਹੜੀ ਵਾਲੇ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਕਰਦੇ। ਉਹਨਾਂ ਨੂੰ ਸਿਰਫ ਆਪਣੀ ਪਈ ਹੈ। ਸਾਰਾ ਪੰਜਾਬ ਜਿਹੜਾ ਉਹ ਲੁੱਟ ਕੇ ਲੋਕ ਖਾ ਗਏ ਨੇ ਤੇ ਹਜੇ ਵੀ ਇਹ ਲੋਕ ਲੱਗੇ ਹੋਏ ਨੇ ਜੀ।
ਮੌਜੂਦਾ ਸਰਕਾਰ ਚੋਂ ਮਿਲੇ ਹੋ ਕਿਸੇ ਨੂੰ? ਮੌਜੂਦਾ ਸਰਕਾਰ ਦੇ ਵਿੱਚ ਮੈਂ ਮਿਲ ਚੁੱਕਿਆ, ਭਗਵੰਤ ਮਾਨ ਦੇ ਪੀਏ ਨੂੰ ਮਿਲ ਚੁੱਕਿਆ। ਮੈਂ ਉਹਨਾਂ ਦੀ ਕੋਠੀ ਜਾ ਕੇ ਆਇਆ ਸੀ, ਭਗਵੰਤ ਮਾਨ ਜੀ ਦੀ ਕੋਠੀ ਜਾ ਕੇ ਆਇਆ ਸੀਗਾ। ਉਹਨਾਂ ਨੂੰ ਸਾਰੀ ਆਪਣੀ ਜਿਹੜੀ ਹੈ ਉਹ ਸਟੋਰੀ ਦੱਸੀ ਸੀਗੀ ਕਿ ਹੈਲਪ ਕਰੋ ਮੇਰੀ, ਅਤੇ ਮੈਂ ਮੈਡਲ ਵਗੈਰਾ ਵੀ ਸਾਰੇ ਉਹਨਾਂ ਨੂੰ ਦਿਖਾਏ ਸੀਗੇ, ਸਰਟੀਫਿਕੇਟ ਵੀ ਦਿਖਾਏ ਸੀਗੇ, ਪਰ ਹਜੇ ਤੱਕ ਕੋਈ 2-2.5 ਮਹੀਨੇ ਹੋ ਗਏ ਤੱਕ ਕੋਈ ਜਵਾਬ ਨਹੀਂ ਆਇਆ। ਇਸ ਤੋਂ ਪਹਿਲੇ ਵੀ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੁਬਈ ਤੋਂ ਲੈਟਰ ਲਿਖਿਆ ਸੀਗਾ ਕਿ ਤੁਸੀਂ ਸਪੋਰਟ ਕਰੋ ਮੇਰੀ, ਅਤੇ ਉੱਥੋਂ ਲੈਟਰ ਲਿਖ ਕੇ ਉਹਨਾਂ ਨੂੰ ਮੈਂ ਦੱਸਿਆ ਸੀਗਾ, ਅਤੇ ਉਹਨਾਂ ਨੇ ਵੀ ਕੋਈ ਸਪੋਰਟ ਜਿਹੜੀ ਹੈ ਮੇਰੀ ਨਹੀਂ ਕੀਤੀ। ਕੋਈ ਜਿਹੜੀ ਮੈਨੂੰ ਲੈਟਰ ਦਾ ਕੋਈ ਜਵਾਬ ਜਿਹੜਾ ਮੈਨੂੰ ਨਹੀਂ ਮਿਲਿਆ। ਮੈਂ ਸਰਕਾਰ ਅੱਗੇ ਅਪੀਲ ਕਰਦਾ ਕਿ ਖਿਡਾਰੀਆਂ ਦੀ ਜਿਹੜੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਸਪੋਰਟ ਕਰਨੀ ਚਾਹੀਦੀ ਹੈ। ਜਿੰਨੀਆਂ ਵੀ ਫੂਡ ਆਈਟਮਸ ਨੇ, ਡੈਰੀ ਆਈਟਮ ਜਿਹੜੀਆਂ ਨੇ, ਇਹਨਾਂ ਨੂੰ ਸਸਤਾ ਕਰੋ ਤਾਂ ਕਿ ਜਿਹੜੇ ਖਿਡਾਰੀ ਨੇ ਇਹ ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ, ਆਪਣੇ ਪੰਜਾਬ ਦਾ ਨਾਂ ਜਿਹੜਾ ਉਹ ਰੋਸ਼ਨ ਕਰ ਸਕਣ। ਕਿਉਂਕਿ ਸ਼ਰਾਬ ਜਿਹੜੀ ਹੈ ਤੁਸੀਂ ਇੰਨੀ ਉਹ ਕਰਦੇ ਪਏ ਹੋ, ਮਹਿੰਗੀ ਕਰਦੇ ਹੋ, ਸਸਤੀ ਕਰਦੇ ਹੋ, ਅਤੇ ਲੇਕਿਨ ਇਹਨਾਂ ਚੀਜ਼ਾਂ ਵੱਲ ਤੁਸੀਂ ਕੋਈ ਧਿਆਨ ਨਹੀਂ ਦਿੰਦੇ। ਬਸ ਸ਼ਰਾਬਾਂ ਵੱਲ, ਨਸ਼ੇ ਵੱਲ ਤੁਸੀਂ ਜ਼ਿਆਦਾ ਧਿਆਨ ਜਿਹੜਾ ਉਹ ਦੇ ਰਹੇ ਹੋ, ਅਤੇ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਤਾਂ ਕਿ ਯੂਥ ਜਿਹੜਾ ਉਹ ਸੰਭਲ ਜਾਏ।